ਮੇਰੀ ਤਾਂ ਮੱਤ ਹੀ ਮਾਰੀ ਗਈ। ਜੋ ਮੈਨੂੰ ਇਹ ਪਸੰਦ ਆ ਗਈ। ਇਸ ਦਾ ਬਸ ਰੂਪ ਸੋਹਣਾ ਹੈ, ਕੰਮ ਤਾਂ ਇਸ ਤੋਂ ਕੋਈ ਵੀ ਢੰਗ ਦਾ ਨਹੀਂ ਹੁੰਦਾ। ਦੇਖੋ ਬਰਤਨ ਧੋਣ ਵਾਲੇ ਪਏ ਨੇ, ਇਹ ਨਹੀਂ ਕਿ ਧੋ ਦੇਵਾਂ। ਮਹਾਰਾਣੀ ਫੋਨ 'ਤੇ ਲੱਗੀ ਰਹਿੰਦੀ ਹੈ। ਇੱਕ ਮੇਰੀ ਭੈਣ ਦੀ ਨੂੰਹ ਹੈ ਜੋ ਘਰ ਦਾ ਕੋਨਾ ਕੋਨਾ ਸਾਫ਼ ਰੱਖਦੀ ਹੈ, ਫਿਰ ਵੀ ਮੇਰੀ ਭੈਣ ਉਸਨੂੰ ਖਰੀ ਖੋਟੀ ਸੁਣਾਉਂਦੀ ਰਹਿੰਦੀ ਹੈ। ਇਸਨੂੰ ਇੱਥੇ ਇੰਨੀ ਖੁੱਲ੍ਹ ਮਿਲੀ ਹੈ, ਫਿਰ ਵੀ ਡਰਾਮੇ ਕਰਦੀ ਰਹਿੰਦੀ ਹੈ। ਕਮਲਾ ਆਪਣੀ ਨੂੰਹ ਨੂੰ ਕੋਸਦੀ ਹੋਈ ਉੱਚੀ ਆਵਾਜ਼ ਵਿੱਚ ਬੋਲੀ। ਅੰਦਰੋਂ ਸੁਮਨ ਦੌੜ ਕੇ ਆਈ ਤੇ ਕਿਹਾ, ਕੀ ਹੋਇਆ ਮੰਮੀ? ਉਹ ਜੀਤ ਦਾ ਫੋਨ ਆਇਆ ਸੀ ਤਾਂ ਗੱਲ ਕਰ ਰਹੀ ਸੀ, ਕੋਈ ਕੰਮ ਸੀ ਤੁਹਾਨੂੰ? ਕਮਲਾ ਨੇ ਕਿਹਾ, ਬਰਤਨ ਧੋਣ ਵਾਲੇ ਪਏ ਆ ਤੇ ਤੂੰ ਫੋਨ 'ਤੇ ਲੱਗੀ ਹੋਈ ਐ। ਪਹਿਲਾ ਕੰਮ ਤਾਂ ਨਿਬੇੜ ਲੈ। ਸ਼ੁਕਰ ਕਰਿਆ ਕਰ ਕਿ ਤੇਰਾ ਵਿਆਹ ਇਸ ਘਰ ਵਿੱਚ ਹੋਇਆ ਹੈ, ਕਿਤੇ ਹੋਰ ਹੁੰਦੀ ਤਾਂ ਤੈਨੂੰ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਸੀ। ਮੇਰੀ ਨਨਾਣ ਦੀ ਨੂੰਹ ਸਾਰਾ ਕੰਮ ਸਮੇਂ ਤੋਂ ਪਹਿਲਾਂ ਹੀ ਕਰ ਲੈਂਦੀ ਹੈ। ਉਸ ਦਾ ਘਰ ਸ਼ੀਸ਼ੇ ਵਾਂਗ ਚਮਕਦਾ ਹੁੰਦਾ ਹੈ। ਤੇਰੇ ਤੋਂ ਕੋਈ ਵੀ ਕੰਮ ਢੰਗ ਨਾਲ ਨਹੀਂ ਹੁੰਦਾ। ਸੁਮਨ ਬਿਨਾਂ ਕੁਝ ਬੋਲੇ ਹੀ ਬਰਤਨ ਧੋਣ ਲੱਗ ਗਈ। ਦੁਪਹਿਰ ਵੇਲੇ ਸੁਮਨ ਨੇ ਆਪਣੇ ਸਹੁਰੇ ਨੂੰ ਖਾਣਾ ਦੇ ਕੇ ਪਾਣੀ ਦੇਣਾ ਭੁੱਲ ਗਈ ਤੇ ਘਰ ਦੇ ਦੂਸਰੇ ਕੰਮਾਂ ਵਿੱਚ ਲੱਗ ਗਈ। ਉੱਥੇ ਹੀ ਉਸ ਦੀ ਸੱਸ ਬੈਠੀ ਸੀ। ਉਹ ਫਿਰ ਬੋਲਣ ਲੱਗੀ ਕਿ ਇਸ ਦਾ ਤਾਂ ਧਿਆਨ ਹੀ ਨਹੀਂ ਕਿ ਖਾਣੇ ਤੋਂ ਬਾਅਦ ਪਾਣੀ ਵੀ ਦਿੱਤਾ ਜਾਂਦਾ ਹੈ। ਸੁਮਨ ਕਮਲਾ ਦੀਆਂ ਗੱਲਾਂ ਸੁਣ ਕੇ ਭੱਜ ਕੇ ਪਾਣੀ ਲੈ ਕੇ ਆਈ ਤੇ ਉਸਨੇ ਕਿਹਾ, ਗਲਤੀ ਹੋ ਗਈ, ਮੈਂ ਅੱਗੇ ਤੋਂ ਧਿਆਨ ਰੱਖਾਂਗੀ। ਸੁਮਨ ਦੇ ਸਹੁਰੇ ਨੇ ਕਮਲਾ ਨੂੰ ਸਮਝਾਉਂਦੇ ਹੋਏ ਕਿਹਾ ਕਿ ਜਿੰਨਾ ਸਮਾਂ ਤੂੰ ਬੋਲਣ ਨੂੰ ਲਾਇਆ, ਓਨੇ ਵਿੱਚ ਮੈਨੂੰ ਤੂੰ ਆਪ ਪਾਣੀ ਲਿਆ ਦਿੰਦੀ। ਜਦੋਂ ਦੇਖੋ ਆਪਣੀ ਨੂੰਹ ਨੂੰ ਮਾੜੀ ਤੇ ਦੂਜਿਆਂ ਦੀ ਨੂੰਹ ਨੂੰ ਚੰਗਾ ਕਹਿੰਦੀ ਰਹਿੰਦੀ ਹੈ। ਕਮਲਾ ਹਮੇਸ਼ਾ ਸੁਮਨ 'ਤੇ ਗੁੱਸਾ ਕੱਢਦੀ ਰਹਿੰਦੀ, ਪਰ ਆਪ ਭੋਰਾ ਵੀ ਕੰਮ ਨਾ ਕਰਦੀ। ਪਰ ਸੁਮਨ ਦੀ ਤੁਲਨਾ ਹਮੇਸ਼ਾ ਦੂਜਿਆਂ ਦੀ ਨੂੰਹਾਂ ਨਾਲ ਕਰਕੇ ਉਸ ਨੂੰ ਨੀਚਾ ਦਿਖਾਉਂਦੀ ਰਹਿੰਦੀ। ਜਦੋਂ ਵੀ ਸੁਮਨ ਕੋਈ ਕੰਮ ਥੋੜ੍ਹਾ ਦੇਰ ਨਾਲ ਕਰਦੀ ਤਾਂ ਕਮਲਾ ਹਮੇਸ਼ਾ ਹੀ ਉਸ ਨੂੰ ਬੁਰਾ ਭਲਾ ਬੋਲਦੀ ਤੇ ਨਾਲ ਹੀ ਕਦੇ ਕਿਸੇ ਦੀ ਨੂੰਹ ਦੀ ਤਾਰੀਫ ਕਰਦੀ ਤੇ ਕਦੇ ਕਿਸੇ ਦੀ। ਪਰ ਸੁਮਨ ਚੁੱਪਚਾਪ ਕੰਮ ਕਰਨ ਲੱਗ ਜਾਂਦੀ, ਉਸ ਨੂੰ ਕੋਈ ਜਵਾਬ ਨਾ ਦਿੰਦੀ। ਇੱਕ ਦਿਨ ਕਮਲਾ ਆਪਣੀ ਸਹੇਲੀ ਨਾਲ ਫੋਨ 'ਤੇ ਗੱਲ ਕਰ ਰਹੀ ਸੀ ਤਾਂ ਸਾਰਾ ਗੱਲਾਂ ਵਿੱਚ ਕਮਲਾ ਨੇ ਕਿਹਾ, ਨੂੰਹ ਦਾ ਕੀ ਪੁੱਛਦੀ ਹੈ, ਤੇਰੀ ਨੂੰਹ ਵਰਗੀ ਨਹੀਂ ਹੈਗੀ। ਤੇਰੀ ਨੂੰਹ ਨੇ ਤਾਂ ਪੂਰਾ ਘਰ ਸੰਭਾਲਿਆ ਹੈ, ਕਿੰਨਾ ਖਿਆਲ ਰੱਖਦੀ ਹੈ ਤੇਰਾ। ਤੇਰੀ ਕਿਸਮਤ ਚੰਗੀ ਹੈ, ਮੈਨੂੰ ਕੋਈ ਸੁੱਖ ਨਹੀਂ ਹੈ। ਜਦੋਂ ਕਮਲਾ ਨੇ ਫੋਨ ਕੱਟ ਦਿੱਤਾ ਤਾਂ ਸੁਮਨ ਦੇ ਸਹੁਰੇ ਨੇ ਕਿਹਾ, ਤੂੰ ਤਾਂ ਸੁਮਨ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ, ਸਾਰਾ ਦਿਨ ਉਸ ਦੇ ਪਿੱਛੇ ਪਈ ਰਹਿੰਦੀ ਹੈ। ਰਿਸ਼ਤੇਦਾਰਾਂ ਦੀਆਂ ਨੂੰਹਾਂ ਨੇ ਤੇਰੇ ਕੰਮ ਨਹੀਂ ਆਉਣਾ, ਤੇਰੀ ਆਪਣੀ ਨੂੰਹ ਹੀ ਤੇਰੇ ਕੰਮ ਆਵੇਗੀ। ਫਿਰ ਇੱਕ ਦਿਨ ਕਮਲਾ ਦੀ ਭੈਣ ਉਸ ਨੂੰ ਮਿਲਣ ਲਈ ਆਉਂਦੀ ਹੈ। ਸੁਮਨ ਚਾਹ ਲੈ ਕੇ ਆਈ ਤਾਂ ਕਮਲਾ ਦੀ ਭੈਣ ਉਸ ਨੂੰ ਕਹਿਣ ਲੱਗੀ ਕਿ ਤੂੰ ਤਾਂ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਹੈ, ਪਹਿਲਾਂ ਮੇਰੀ ਭੈਣ ਇਕੱਲੀ ਪਰੇਸ਼ਾਨ ਹੁੰਦੀ ਸੀ। ਕਮਲਾ ਝਟਪਟ ਬੋਲੀ, ਇਸ ਤੋਂ ਕਿੱਥੋਂ ਕੋਈ ਕੰਮ ਢੰਗ ਨਾਲ ਹੁੰਦਾ ਹੈ, ਪਰ ਮੈਂ ਇਸ ਨੂੰ ਕੁਝ ਨਹੀਂ ਕਹਿੰਦੀ। ਜੋ ਇਹ ਨਹੀਂ ਕਰ ਪਾਉਂਦੀ ਉਹ ਮੈਂ ਆਪ ਕਰ ਦਿੰਦੀ ਹਾਂ। ਕਮਲਾ ਦੀ ਭੈਣ ਨੇ ਕਿਹਾ, ਕੋਈ ਨਾ, ਹੌਲੀ ਹੌਲੀ ਸਿੱਖ ਜਾਵੇਗੀ, ਇੱਕਦਮ ਸਾਰਾ ਭਾਰ ਨੂੰਹ 'ਤੇ ਪਾਉਣਾ ਵੀ ਸਹੀ ਨਹੀਂ। ਸੁਮਨ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਉਸ ਵੱਲ ਦੇਖਦੀ ਹੀ ਰਹਿ ਗਈ। ਆਪਣੀ ਭੈਣ ਦੇ ਜਾਣ ਤੋਂ ਬਾਅਦ ਕਮਲਾ ਨੇ ਸੁਮਨ ਨੂੰ ਕਿਹਾ ਕਿ ਮੇਰੀ ਭੈਣ ਦੀ ਨੂੰਹ ਬਹੁਤ ਲਾਇਕ ਹੈ, ਘਰ ਦੀ ਸਾਰੀ ਜ਼ਿੰਮੇਵਾਰੀ ਉਸਨੇ ਸੰਭਾਲੀ ਹੋਈ ਹੈ। ਮੇਰੀ ਭੈਣ ਨੂੰ ਕੋਈ ਫਰਕ ਨਹੀਂ ਹੈ, ਬੈਠੇ ਬਿਠਾਏ ਖਾਣ ਪੀਣ ਨੂੰ ਮਿਲਦਾ ਹੈ। ਕਮਲਾ ਦੀਆਂ ਗੱਲਾਂ ਸੁਣ ਕੇ ਸੁਮਨ ਨੂੰ ਗੁੱਸਾ ਆ ਗਿਆ। ਉਹ ਕਹਿਣ ਲੱਗੀ, ਸਭ ਦੀਆਂ ਨੂੰਹਾਂ ਬਹੁਤ ਚੰਗੀਆਂ ਹਨ, ਮੈਂ ਸੁਣ ਕੇ ਤੰਗ ਆ ਚੁੱਕੀ ਹਾਂ। ਤੁਹਾਡੀ ਨੂੰਹ ਵੀ ਤਾਂ ਨੂੰਹ ਹੈ, ਮੈਂ ਇਸ ਘਰ ਲਈ ਕੀ ਕਰਦੀ ਹਾਂ ਉਹ ਤਾਂ ਤੁਹਾਨੂੰ ਦਿਖਾਈ ਹੀ ਨਹੀਂ ਦਿੰਦਾ। ਤੁਹਾਨੂੰ ਤਾਂ ਇਹ ਲੱਗਦਾ ਹੈ ਕਿ ਮੈਂ ਤਾਂ ਕੁਝ ਨਹੀਂ ਕਰਦੀ, ਸਾਰਾ ਕੁਝ ਤਾਂ ਤੁਸੀਂ ਆਪ ਹੀ ਕਰ ਲੈਂਦੇ ਹੋ। ਤੁਹਾਨੂੰ ਤਾਂ ਮੇਰੇ ਵਿੱਚ ਕਮੀਆਂ ਹੀ ਨਜ਼ਰ ਆਉਂਦੀਆਂ ਹਨ। ਮੈਂ ਹਮੇਸ਼ਾ ਤੁਹਾਨੂੰ ਆਪਣੀ ਮਾਂ ਵਾਂਗ ਸਮਝਿਆ, ਪਰ ਤੁਸੀਂ ਮੈਨੂੰ ਕਦੇ ਆਪਣਾ ਨਹੀਂ ਸਮਝਿਆ। ਤੁਸੀਂ ਮਾਸੀ ਦੀ ਨੂੰਹ ਦੀ ਤਾਰੀਫ ਤਾਂ ਝੱਟ ਕਰ ਦਿੱਤੀ, ਪਰ ਕੀ ਤੁਸੀਂ ਆਪ ਵੀ ਮਾਸੀ ਵਰਗੇ ਹੈਗੇ ਹੋ? ਕਦੇ ਸੋਚਿਆ ਹੈ ਤੁਸੀਂ? ਮਾਸੀ ਤਾਂ ਕਹਿ ਰਹੀ ਸੀ ਕਿ ਜੋ ਕੰਮ ਮੇਰੀ ਨੂੰਹ ਨਹੀਂ ਕਰ ਪਾਉਂਦੀ ਮੈਂ ਆਪ ਉਸ ਨੂੰ ਦੱਸ ਦਿੰਦੀ ਹਾਂ। ਪੇਕਿਆਂ ਵਿੱਚ ਜਿੰਨਾ ਉਸ ਨੂੰ ਉਸਦੀ ਮਾਂ ਨੇ ਸਿਖਾਇਆ ਠੀਕ ਹੈ, ਪਰ ਉਹ ਹੁਣ ਸਾਡੇ ਘਰ ਦੀ ਨੂੰਹ ਹੈ, ਉਹ ਉਸ ਨੂੰ ਸਿਖਾਉਣਾ ਦੇਖਣਾ ਸਾਡਾ ਹੈ। ਹੁਣ ਬਾਹਰ ਵਾਲਿਆਂ ਆਪਣੇ ਘਰ ਦੀ ਨੂੰਹ ਬਾਰੇ ਸ਼ਿਕਾਇਤ ਥੋੜ੍ਹਾ ਕਰਾਂਗੇ, ਇਸ ਨਾਲ ਨੂੰਹ ਨੂੰ ਵੀ ਬੁਰਾ ਲੱਗੇਗਾ।
ਦੂਜੇ ਘਰ ਤੋਂ ਕਿ ਸਾਡੇ ਘਰ ਦੇ ਮਾਹੌਲ ਵਿੱਚ ਢਲਣ ਨੂੰ ਥੋੜ੍ਹਾ ਸਮਾਂ ਤਾਂ ਲੱਗੇਗਾ, ਪਰ ਕੀ ਤੁਸੀਂ ਮੈਨੂੰ ਮਾਸੀ ਵਾਂਗ ਕੋਈ ਚੀਜ਼ ਇੰਨੇ ਪਿਆਰ ਨਾਲ ਦੱਸੀ ਹੈ, ਮੈਨੂੰ ਆਪਣਾ ਸਮਝਿਆ ਹੈ? ਆਪਣੀ ਧੀ ਨਹੀਂ ਤਾਂ ਨੂੰਹ ਸਮਝ ਕੇ ਤਾਂ ਮੈਨੂੰ ਸਿਖਾ ਹੀ ਸਕਦੇ ਹੋ। ਦੂਰ ਦੇ ਢੋਲ ਸੁਹਾਵਣੇ ਹੀ ਲੱਗਦੇ ਹਨ, ਹਰ ਕਿਸੇ 'ਚ ਕੋਈ ਨਾ ਕੋਈ ਕਮੀ ਹੁੰਦੀ ਹੈ। ਮੈਨੂੰ ਤਾਂ ਤੁਸੀਂ ਕਹਿੰਦੇ ਹੋ ਕਿ ਮੈਂ ਚੰਗੀ ਨੂੰਹ ਨਹੀਂ ਹਾਂ, ਪਰ ਕੀ ਤੁਸੀਂ ਆਪਣੀ ਸੱਸ ਚੰਗੀ ਬਣ ਕੇ ਪਾਏ ਹੋ? ਕਮਲਾ ਇਹ ਸਭ ਸੁਣ ਕੇ ਦੰਗ ਰਹਿ ਗਈ। ਅੱਜ ਪਹਿਲੀ ਵਾਰ ਸੁਮਨ ਨੇ ਉਸਨੂੰ ਜਵਾਬ ਦਿੱਤਾ, ਇਹ ਹਰ ਘਰ ਦੀ ਕਹਾਣੀ ਹੈ, ਪਰ ਆਪਣੀ ਨੂੰਹ ਦੀ ਤੁਲਨਾ ਦੂਜਿਆਂ ਦੀ ਨੂੰਹ ਨਾਲ ਕਰਨਾ ਬਹੁਤ ਗਲਤ ਗੱਲ ਹੈ। ਇਸ ਨਾਲ ਨੂੰਹ ਸੱਸ ਦੇ ਰਿਸ਼ਤੇ ਵਿੱਚ ਦੂਰੀ ਆਉਂਦੀ ਹੈ।